ਅੱਜ ਤੁਹਾਡੇ ਲਈ ਅਸੀਂ ਇੱਕ ਨਈ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੌਰਮੈਂਟ ਜੋਬਸ ਹੁੰਦੀਆਂ, ਕਿਹੜੀਆਂ ਗੌਰਮੈਂਟ ਜੋਬ ਹੈ ਇੰਸ਼ੋਰੈਂਸ ਸੈਕਟਰ ਤੋਂ ਰਿਲੇਟਿਡ, ਉਹਨਾਂ ਦੇ ਐਗਜ਼ਾਮ ਦੇ ਬਾਰੇ ਆਪਾਂ ਕੰਪਲੀਟ ਜੋ ਹੈ ਡਿਸਕਸ਼ਨ ਕਰਾਂਗੇ। ਠੀਕ ਹੈ, ਇਹ ਜੋ ਸਾਰੀ ਡਿਸਕਸ਼ਨ ਹੈ ਇਹ ਡਿਸਕਸ਼ਨ ਹੈ ਤੁਹਾਡੀ ਗੌਰਮੈਂਟ ਜੋਬ ਦੇ ਰਿਲੇਟਿਡ, ਤੁਹਾਡੇ ਰੋਜ਼ਗਾਰ ਦੇ ਰਿਲੇਟਿਡ, ਬੈਂਕ ਤੋਂ ਇਲਾਵਾ, ਠੀਕ ਹੈ ਜੀ, SSC ਤੋਂ ਇਲਾਵਾ, ਤੁਹਾਡੇ ਸਟੇਟ ਐਗਜ਼ਾਮ ਤੋਂ ਇਲਾਵਾ ਇੱਕ ਇੰਸ਼ੋਰੈਂਸ ਵੀ ਇਹੋ ਜਿਹਾ ਸੈਕਟਰ ਹੈ ਜਿਹਦੇ ਵਿੱਚ ਤੁਸੀਂ ਗੌਰਮੈਂਟ ਜੋਬਸ ਲੈ ਸਕਦੇ ਹੋ। ਔਰ ਇਹ ਜਿਹੜੀ ਗੌਰਮੈਂਟ ਜੋਬ ਹੈ ਅਗਰ ਆਪਾਂ ਗੱਲ ਕਰੀਏ ਵਨ ਆਫ ਦੀ ਬੈਸਟ ਮੰਨੀ ਜਾਂਦੀ ਹੈ ਹੋਰ ਅਦਰ ਫੀਲਡ ਦੇ ਨਾਲੋਂ। ਇੱਕ ਰਿਲੈਕਸਿੰਗ ਜੋਬ ਹੈ, ਠੀਕ ਹੈ ਜੀ। ਔਰ ਤੁਸੀਂ ਇਹ ਕਹਿ ਸਕਦੇ ਹੋ ਇਹਦੇ ਵਿੱਚ ਕੋਈ ਤੁਸੀਂ ਇਸ ਤਰੀਕੇ ਦੇ ਟਾਰਗੇਟ ਵਾਲੀ ਜੋਬਸ ਨਹੀਂ ਹੁੰਦੀਆਂ, ਪ੍ਰੋਪਰ ਤਰੀਕੇ ਦੇ ਨਾਲ ਗੌਰਮੈਂਟ ਜੋਬਸ ਹੁੰਦੀਆਂ। ਠੀਕ ਹੈ, ਆਓ ਡਿਸਕਸ ਕਰਦੇ ਹਾਂ ਕੀ ਹੈ ਇਸ ਵੀਡੀਓ ਦੇ ਵਿੱਚ। ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਏਗੀ, ਇਹਨੂੰ ਐਂਡ ਤੱਕ ਜ਼ਰੂਰ ਦੇਖੋ। ਸਭ ਤੋਂ ਪਹਿਲਾਂ ਅਗਰ ਆਪਾਂ ਵੈਕੈਂਸੀ ਦੀ ਗੱਲ ਕਰੀਏ NIACL ਦੈਟ ਇਜ਼ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਵਿੱਚ, ਠੀਕ ਹੈ, ਐਡਮਿਨਿਸਟ੍ਰੇਟਿਵ ਆਫਿਸਰ ਦੀ ਵੈਕੈਂਸੀ ਨਿਕਲਦੀ ਹੈ ਹਰ ਸਾਲ ਔਰ ਇੱਕ ਅਸਿਸਟੈਂਟ ਦੀ ਵੈਕੈਂਸੀ ਨਿਕਲੀ ਹੈ। ਇਹ ਬੇਸਿਕਲੀ ਗਵਰਨਮੈਂਟ ਓਨਡ, ਠੀਕ ਹੈ ਜੀ, ਆਰਗੇਨਾਈਜੇਸ਼ਨ ਹੈ। ਗਵਰਨਮੈਂਟ ਨੇ ਇਹਨੂੰ ਅਡੋਪਟ ਕੀਤਾ ਹੋਇਆ ਆਰਗੇਨਾਈਜੇਸ਼ਨ ਨੂੰ। ਇਹਨਾਂ ਦੇ ਵਿੱਚ ਜਿਹੜੀ ਜੋਬ ਲੋਕੇਸ਼ਨਸ ਹੁੰਦੀ ਹੈ ਉਹ ਐਨੀਵੇਅਰ ਇਨ ਇੰਡੀਆ। ਦੈਟ ਮੀਨਸ ਇਹ ਜਿਹੜਾ ਟੈਸਟ ਹੈ ਉਹ ਇੰਡੀਆ ਲੈਵਲ ਦਾ ਹੁੰਦਾ ਜੀ। ਅਲੱਗ-ਅਲੱਗ ਸਟੇਟ ਤੋਂ ਸਟੂਡੈਂਟਸ ਅਪੀਅਰ ਹੁੰਦੇ ਹੈ, ਹਰ ਸਟੇਟ ਦੀ ਅਲੱਗ-ਅਲੱਗ ਜਿਹੜੀ ਹੈਗੀ ਵੈਕੈਂਸੀਜ਼ ਆਊਟ ਹੁੰਦੀ ਹੈ ਜਿਹਦੇ ਬੇਸ 'ਤੇ ਤੁਹਾਨੂੰ ਜਿਹੜੀ ਹੈ ਜੋਬ ਮਿਲਦੀ ਹੈ। ਅਗਰ ਆਪਾਂ ਗੱਲ ਕਰੀਏ ਏਜ ਲਿਮਿਟ ਦੀ 21 to 30 ਈਅਰਸ ਤੱਕ ਦੇ ਜਿਹੜੇ ਸਟੂਡੈਂਟ ਹੈ, ਮੈਕਸਿਮਮ 30 ਈਅਰਸ ਇਹਨਾਂ ਨੇ ਇੱਕ ਡੇਟ ਦਿੱਤੀ ਹੁੰਦੀ ਹੈ। ਸਪੋਜ਼ ਕਰੋ 1/1/2020 ਦੇ ਵਿੱਚ ਵੈਕੈਂਸੀਜ਼ ਨਿਕਲੀਆਂ, ਯਾਨੀ ਕਿ 1/1/2020 ਤੱਕ ਜਿਨ੍ਹਾਂ ਦੀ ਏਜ 30 ਈਅਰਸ ਹੋ ਚੁੱਕੀ ਹੈ, ਠੀਕ ਹੈ, ਉਹੀਓ ਸਟੂਡੈਂਟ ਜਿਹੜੇ ਆ ਫਾਰਮ ਫਿਲ ਕਰ ਸਕਦੇ ਆ ਆਫਟਰ 1/1/2020। ਠੀਕ ਹੈ ਨਾ, ਉਸ ਤੋਂ ਬਾਅਦ ਇੱਕ ਐਗਜ਼ਾਮਪਲ ਲਿੱਤੀ ਹੈ ਤੁਹਾਨੂੰ ਸਮਝਾਉਣ ਦੇ ਲਈ। ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਦੀ ਏਜ 30 ਹੋ ਗਈ ਜਾਂ 30 ਸਾਲ 1 ਦਿਨ ਹੈ, 30 ਸਾਲ 2 ਦਿਨ ਹੈ, ਉਹ ਸਾਰੇ ਨੋਟ ਐਲੀਜੀਬਲ ਹੈ। ਠੀਕ ਹੈ ਨਾ, ਇਹ ਜਿਹੜੇ ਐਗਜ਼ਾਮ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਹ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਕਿਸੇ ਵੀ ਡਿਸਿਪਲਿਨ ਤੋਂ, ਰੈਕੋਗਨਾਈਜ਼ ਯੂਨੀਵਰਸਿਟੀ ਤੋਂ। ਠੀਕ ਹੈ ਨਾ ਜੀ। ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਬੈਸਟ ਜੋਬ ਹੈ ਐਡਮਿਨਿਸਟ੍ਰੇਟਿਵ ਆਫਿਸਰ ਦੀ ਔਰ ਅਸਿਸਟੈਂਟ ਦੀ। ਹਰ ਸਾਲ ਜਿਹੜੀਆਂ ਵੈਕੈਂਸੀਜ਼ ਆਊਟ ਹੁੰਦੀਆਂ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਜਿਵੇਂ 2021 ਦੇ ਵਿੱਚ ਇਹਦੀ ਵੈਕੈਂਸੀਜ਼ ਨਿਕਲੀ 300 ਵੈਕੈਂਸੀਜ਼ ਹੈ। ਇਹਦੀ ਜਿਹੜੀ ਜੋਬ ਲੋਕੇਸ਼ਨ ਹੋਏਗੀ ਐਨੀਵੇਅਰ ਇਨ ਇੰਡੀਆ ਹੋ ਸਕਦੀ ਹੈ। ਮੋਡ ਆਫ ਐਗਜ਼ਾਮ ਜਿਹੜਾ ਔਨਲਾਈਨ ਹੈ। ਅਗਰ ਆਪਾਂ ਸੈਲਰੀ ਦੀ ਗੱਲ ਕਰੀਏ 60,000 ਜਿਹੜੀ ਅਪਰੋਕਸੀਮੇਟ ਇਹਦਾ ਸੈਲਰੀ ਪੈਕੇਜ ਹੈ। ਸਿਲੈਕਸ਼ਨ ਜਿਹੜਾ ਕ੍ਰਾਈਟੇਰੀਆ ਉਹ ਡਿਪੈਂਡ ਕਰਦਾ ਤੁਹਾਡੇ ਪ੍ਰੀ ਔਰ ਮੇਨਸ ਦੇ ਐਗਜ਼ਾਮ 'ਤੇ, ਜਿਸ ਬੇਸਿਸ 'ਤੇ ਫਰਦਰ ਇੱਕ ਮੈਰਿਟ ਲਿਸਟ ਆਊਟ ਹੁੰਦੀ ਹੈ ਔਰ ਉਸ ਮੈਰਿਟ ਲਿਸਟ ਦੇ ਆਧਾਰ 'ਤੇ ਤੁਹਾਨੂੰ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਵਿੱਚ ਐਡਮਿਨਿਸਟ੍ਰੇਟਿਵ ਆਫਿਸਰ ਦੀ ਜਿਹੜੀ ਹੈ ਜੋਬ ਮਿਲ ਜਾਂਦੀ ਹੈ। ਠੀਕ ਹੈ, ਦੇਖੋ ਇੱਕ ਚੀਜ਼ ਹੋਰ ਹੈ, NIACL ਜਿਹੜਾ ਹੈਗਾ ਹੈ ਇਹ ਜਿਹੜੀ ਕੰਡਕਟਿੰਗ ਬੋਡੀ ਹੈ ਖੁਦ ਹੈ। ਤਾਂ ਜਿਹੜੇ ਸਟੂਡੈਂਟਸ ਇਹਦੇ ਲਈ ਪ੍ਰੀਪਰੇਸ਼ਨ ਕਰ ਰਹੇ ਉਹਨਾਂ ਨੂੰ ਲਾਸਟ 10 ਈਅਰਸ ਦੇ ਜਿਹੜੇ ਐਗਜ਼ਾਮਸ ਆ ਉਹ ਦੇਖਣਾ, ਐਨਾਲਾਈਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਗਰ ਤੁਸੀਂ ਲਾਸਟ 10 ਈਅਰ ਦੇ ਐਗਜ਼ਾਮ ਐਨਾਲਿਸਿਸ ਕਰਦੇ ਹੋ ਤਾਂ ਤੁਹਾਨੂੰ ਇੱਕ ਪੈਟਰਨ ਪਤਾ ਚੱਲ ਜਾਏਗਾ ਕਿਸ ਤਰੀਕੇ ਦੇ ਨਾਲ ਜਿਹੜੇ ਕੁਐਸਚਨਸ ਦਾ ਲੈਵਲ ਆ ਉਹ ਇਨਕਰੀਜ਼ ਹੋ ਰਿਹਾ ਔਰ ਕਿਹੜੇ ਜਿਹੜੇ ਪੋਰਸ਼ਨ ਹੈਗੇ ਆ ਉਹ ਇਹਦੇ ਵਿੱਚ ਕਵਰ ਅਪ ਕੀਤੇ ਜਾਂਦੇ। ਠੀਕ ਹੈ, ਤਾਂ ਤੁਹਾਡੀ ਜਿਹੜੀ ਤਿਆਰੀ ਹੈ ਉਹ ਥੋੜੀ ਈਜ਼ੀ ਹੋ ਜਾਏਗੀ, ਤੁਹਾਨੂੰ ਮਾਰਕਸ ਲੈਣਾ ਜਿਹੜੇ ਆ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ। ਹਰੇਕ ਚੀਜ਼ ਤੁਹਾਡੀ ਇੱਕ ਰੋਡ ਮੈਪ ਬਣ ਜਾਏਗਾ। ਕਿ ਰੋਡ ਮੈਪ ਦਾ ਮਤਲਬ ਕਿ ਅਗਰ ਆਪਾਂ ਗੱਲ ਕਰੀਏ ਕਿਹੜੇ ਟੌਪਿਕਸ ਦੇ ਵਿੱਚੋਂ ਜ਼ਿਆਦਾ ਪੇਪਰਸ ਆਉਂਦਾ ਹੈ, ਕੀ ਟੌਪਿਕਸ ਦਾ ਲੈਵਲ ਹੈ, ਕਿਹੜੇ ਈਜ਼ੀ ਹੈ, ਕਿਹੜੇ ਮੋਡਰੇਟ ਹੈ, ਕਿਹੜੇ ਹਾਈ ਲੈਵਲ ਦੇ, ਉਹਨੂੰ ਅਗਰ ਆਪਾਂ 10 ਸਾਲ ਦਾ ਐਨਾਲਿਸਿਸ ਬਣਾ ਲਾਂਗੇ ਤਾਂ ਆਪਣਾ ਪੇਪਰ ਕਰੈਕ ਕਰਨਾ ਜੋ ਹੈ ਈਜ਼ੀ ਹੋ ਜਾਂਦਾ ਹੈ। ਏਜ ਲਿਮਿਟ ਦੀ ਗੱਲ ਕਰੀਏ 21 ਈਅਰਸ ਤੋਂ 30 ਈਅਰਸ ਤੱਕ ਦੇ ਸਟੂਡੈਂਟ ਜਿਹੜੇ ਅਪੀਅਰ ਹੋ ਸਕਦੇ ਹੈ। ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਇਨ ਐਨੀ ਡਿਸਿਪਲਿਨ ਜ਼ਰੂਰੀ ਹੈ। ਠੀਕ ਹੈ, ਹੁਣ ਆਪਾਂ ਆ ਜਾਂਦੇ ਹਾਂ NIACL, ਠੀਕ ਹੈ, ਨਿਊ ਇੰਡੀਆ ਇੰਸ਼ੋਰੈਂਸ ਕਾਰਪੋਰੇਸ਼ਨ ਜਿਹੜੀ ਲਿਮਟਿਡ ਆ ਉਹਦਾ ਜਿਹੜਾ ਪ੍ਰੀ ਦਾ ਐਗਜ਼ਾਮ ਪੈਟਰਨ ਹੈ। ਦੇਖੋ ਜਿਹੜੇ ਸਬਜੈਕਟਸ ਕਵਰ ਅਪ ਹੁੰਦੇ ਆ ਉਹ ਹੁੰਦੇ ਇੰਗਲਿਸ਼, ਰੀਜ਼ਨਿੰਗ ਐਂਡ ਨੂਮੈਰੀਕਲ ਐਬਿਲਿਟੀ। ਇੰਗਲਿਸ਼ ਦੇ 30 ਕੁਐਸਚਨ, ਰੀਜ਼ਨਿੰਗ ਦੇ 35, ਨੂਮੈਰੀਕਲ ਐਬਿਲਿਟੀ ਦੇ 35, ਟੋਟਲ ਕੁਐਸਚਨਸ ਹੋ ਗਏ ਜੀ 100। ਹਰੇਕ ਕੁਐਸਚਨ 1 ਮਾਰਕਸ ਦਾ ਹੁੰਦਾ, ਠੀਕ ਹੈ, ਟੋਟਲ ਮਾਰਕਸ ਹੋ ਗਏ 100। ਇੰਗਲਿਸ਼ ਦੇ ਵਿੱਚ ਹੀ ਅਵੇਲੇਬਲ ਹੁੰਦੇ ਕੁਐਸਚਨ ਪੇਪਰ ਦੇ ਉੱਤੇ। ਰੀਜ਼ਨਿੰਗ ਇੰਗਲਿਸ਼ ਐਂਡ ਹਿੰਦੀ, ਕਿਉਂਕਿ ਸੈਂਟਰਲ ਲੈਵਲ ਦਾ ਐਗਜ਼ਾਮ ਹੈ, ਆਲ ਓਵਰ ਇੰਡੀਆ ਦਾ, ਤਾਂ ਇੰਗਲਿਸ਼ ਔਰ ਹਿੰਦੀ ਦੇ ਵਿੱਚ ਕੁਐਸਚਨ ਪੇਪਰ ਹੁੰਦਾ। ਨੂਮੈਰੀਕਲ ਐਬਿਲਿਟੀ ਇੰਗਲਿਸ਼ ਔਰ ਹਿੰਦੀ।
ਅਗਰ ਤੁਸੀਂ ਗੱਲ ਕਰੋ ਤਾਂ ਜਿਹੜੇ ਸੈਕਸ਼ਨ ਹੈ ਇਹਦੇ ਲਈ ਤੁਹਾਨੂੰ 20 ਮਿੰਟਸ ਮਿਲਦੇ ਆ, ਟੋਟਲ 60 ਮਿੰਟਸ ਦੇ ਵਿੱਚ ਜਿਹੜਾ ਐਗਜ਼ਾਮ ਤੁਸੀਂ ਕਰੈਕ ਕਰਨਾ ਹੁੰਦਾ। ਪੈਨਲਟੀ ਜਿਹੜੀ ਹੈ 1/4 ਦੇ ਲਈ ਗਲਤ ਕੁਐਸਚਨ ਦੇ ਲਈ ਡਿਡਕਟ ਹੁੰਦੇ ਹੈ, ਠੀਕ ਹੈ ਜੀ। 1 ਆਰ ਈਚ ਸੈਕਸ਼ਨ ਤੁਹਾਨੂੰ ਮਿਲੇਗਾ, ਠੀਕ ਹੈ। ਸੇਮ ਹੀ ਪੈਟਰਨ ਹੈ ਜਿਵੇਂ ਬੈਂਕ ਦੇ ਵਿੱਚ ਹੈ, ਠੀਕ ਹੈ। ਜਿਵੇਂ ਬੈਂਕ ਦੇ ਅਦਰ ਐਗਜ਼ਾਮ ਹੈ ਉਹਦੇ ਵਿੱਚ ਪ੍ਰੀ ਦਾ ਜਿਹੜਾ ਐਗਜ਼ਾਮ ਪੈਟਰਨ ਹੈ ਸੇਮ ਹੈ। ਤਾਂ ਜਿਹੜੇ ਸਟੂਡੈਂਟ ਬੈਂਕ ਦੀ ਵੀ ਪ੍ਰੈਪਰੇਸ਼ਨ ਕਰ ਰਹੇ ਆ, ਇੰਸ਼ੋਰੈਂਸ ਸੈਕਟਰ ਦੀ ਵੀ ਕਰਨਾ ਚਾਹੁੰਦੇ ਆ, ਉਹ ਦੋਨੋਂ ਐਨਾਲਿਸਿਸ ਬਣਾ ਲੈਣ ਅਲੱਗ-ਅਲੱਗ ਐਗਜ਼ਾਮ ਦਾ, ਠੀਕ ਹੈ। ਬੈਂਕ ਦੇ ਵਿੱਚ ਕਿਸ ਤਰੀਕੇ ਦੇ ਕੁਐਸਚਨ ਆਉਂਦੇ, ਇੰਸ਼ੋਰੈਂਸ 'ਚ ਕਿਹੜੇ ਟੌਪਿਕ ਹੈ, ਫਰਦਰ ਉਹਨਾਂ ਦੇ ਵਿੱਚੋਂ ਕਾਮਨ ਜਿਹੜੇ ਟੌਪਿਕ ਹੁੰਦੇ ਆ ਉਹਨਾਂ ਦੀ ਅਲੱਗ ਲਿਸਟ ਇੱਕ ਤਿਆਰ ਕਰੋ, ਠੀਕ ਹੈ। ਜਿਹਦੇ ਨਾਲ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੋਰ ਈਜ਼ੀ ਹੋ ਜਾਏਗੀ ਔਰ ਜਿਹੜੀ ਤੁਹਾਡੀ ਬੂਸਟਿੰਗ ਪਾਵਰ ਹੈ ਉਹ ਇਨਕਰੀਜ਼ ਹੋ ਜਾਏਗੀ, ਠੀਕ ਹੈ। ਨੈਕਸਟ ਆ ਗਿਆ ਤੁਹਾਡਾ ਅਸਿਸਟੈਂਟ, ਠੀਕ ਹੈ ਜੀ। ਸੌਰੀ ਜਿਹੜਾ ਹਾਂ ਦੇਖੋ ਪ੍ਰੀ ਅਗਰ ਆਪਾਂ ਗੱਲ ਕਰੀਏ ਜਿਹੜਾ ਪ੍ਰੀ ਐਗਜ਼ਾਮ ਹੈਗਾ, ਠੀਕ ਹੈ, ਐਡਮਿਨਿਸਟ੍ਰੇਟਿਵ ਆਫਿਸਰ ਦਾ, ਠੀਕ ਹੈ, ਔਰ ਅਸਿਸਟੈਂਟ ਦਾ ਦੋਨਾਂ ਦਾ ਸੇਮ ਹੈ, ਠੀਕ ਹੈ। ਹੁਣ ਆਪਾਂ ਆ ਜਾਂਦੇ ਹਾਂ ਮੇਨਸ ਦੇ ਉੱਤੇ। ਮੇਨਸ ਜਿਹੜਾ ਮੇਨ ਹੈਗਾ ਇਹ ਹੈਗਾ ਜੀ ਆਪਣਾ ਐਡਮਿਨਿਸਟ੍ਰੇਟਿਵ ਆਫਿਸਰ, ਇੱਥੇ ਗਲਤੀ ਦੇ ਨਾਲ ਗਲਤ ਲਿਖਿਆ ਗਿਆ, ਠੀਕ ਹੈ। ਇਹਦੇ ਵਿੱਚ ਜਿਹੜੇ ਸੈਕਸ਼ਨ ਕਵਰ ਅਪ ਕੀਤੇ ਜਾਂਦੇ ਰੀਜਨਿੰਗ, ਇੰਗਲਿਸ਼, ਜਨਰਲ ਅਵੇਅਰਨੈਸ ਐਂਡ ਕੁਆਂਟੀਟੇਟਿਵ ਐਪਟੀਟਿਊਡ, ਸਾਰਿਆਂ ਦੇ 50-50 ਕੁਐਸਚਨਸ ਆਉਣਗੇ, ਟੋਟਲ 200। ਹਰੇਕ ਕੁਐਸਚਨ ਜਿਹੜਾ 1 ਮਾਰਕਸ ਦਾ ਹੋਏਗਾ, 200 ਮਾਰਕਸ ਦਾ ਐਗਜ਼ਾਮ ਪੇਪਰ ਹੋ ਜਾਏਗਾ। ਰੀਜਨਿੰਗ ਇੰਗਲਿਸ਼ ਔਰ ਹਿੰਦੀ ਦੋਨਾਂ ਦੇ ਵਿੱਚ ਕਵਰ ਅਪ ਕੀਤੀ ਜਾਂਦੀ ਹੈ ਕੁਐਸਚਨ ਪੇਪਰ ਦੇ ਉੱਤੇ, ਠੀਕ ਹੈ। ਇੰਗਲਿਸ਼ 'ਚ ਆਉਂਦੀ ਹੈ, ਜੀ ਜਨਰਲ ਅਵੇਅਰਨੈਸ ਸਟੈਟਿਕ ਪਾਰਟ ਕਵਰ ਅਪ ਕੀਤਾ ਜਾਂਦਾ ਇਹਦੇ ਵਿੱਚ, ਹਿਸਟਰੀ, ਜੀਓਗ੍ਰਾਫੀ, ਪੋਲਿਟੀ, ਇਕਨੋਮਿਕਸ ਐਂਡ 6 ਮੰਥ ਦੇ ਕਰੰਟ ਅਫੇਅਰਸ, ਉਹ ਵੀ ਇੰਗਲਿਸ਼ ਹਿੰਦੀ ਦੋਨਾਂ 'ਚ ਆਉਂਦੇ, ਕੁਆਂਟੀਟੇਟਿਵ ਐਪਟੀਟਿਊਡ ਵੀ, ਠੀਕ ਹੈ। ਇਹ ਜਿਹੜਾ ਇਹਦੇ ਲਈ ਤੁਹਾਨੂੰ 120 ਮਿੰਟ ਮਿਲਦੇ ਆ, ਯਾਨੀ ਕਿ 2 ਘੰਟਿਆਂ ਦੇ ਵਿੱਚ ਜਿਹੜਾ ਤੁਸੀਂ ਇਹ ਪੇਪਰ ਕਵਰ ਅਪ ਕਰਨਾ ਹੈ। ਔਰ ਮੇਨਸ ਤੋਂ ਬਾਅਦ ਤੁਹਾਡੀ ਇੱਕ ਮੈਰਿਟ ਲਿਸਟ ਤਿਆਰ ਹੁੰਦੀ ਹੈ, ਇਸ ਹਿਸਾਬ ਨਾਲ ਆਪਣਾ ਪ੍ਰੀਪਰੇਸ਼ਨ ਕਰੋ ਕਿ ਉਸ ਮੈਰਿਟ ਲਿਸਟ ਦੇ ਵਿੱਚ ਤੁਹਾਡੇ ਵਧੀਆ ਨੰਬਰ ਦੇ ਨਾਲ ਹਾਇਰ ਪੋਜੀਸ਼ਨ 'ਤੇ ਤੁਹਾਡੀ ਰੈਂਕ ਆ ਸਕੇ ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਇਹ ਜੋਬ ਮਿਲ ਸਕੇ, ਸਮਝ ਗਏ, ਠੀਕ ਹੈ ਨਾ। ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੀ ਪ੍ਰੈਪਰੇਸ਼ਨ ਹੈ, ਠੀਕ ਹੈ, ਜਿਹੜੇ ਸਟੂਡੈਂਟ ਪ੍ਰੈਪਰੇਸ਼ਨ ਕਰ ਰਹੇ ਹੈ, ਠੀਕ ਹੈ, ਉਹਨਾਂ ਦੀ ਪ੍ਰੈਪਰੇਸ਼ਨ ਨੂੰ ਤੁਸੀਂ ਵਧੀਆ ਬਣਾਉਣ ਦੇ ਲਈ ਮੈਂ ਹਰ ਵਾਰੀ ਰਿਪੀਟ ਕਰਦਾ, ਲਾਸਟ 10 ਈਅਰਸ ਦੇ ਕੁਐਸਚਨ ਪੇਪਰ ਜ਼ਰੂਰ ਕਰੋ, ਜ਼ਰੂਰ ਕਰੋ। ਜੋ ਤੁਹਾਡਾ ਅਗਰ ਲਾਸਟ 10 ਈਅਰ ਦੇ ਕੁਐਸਚਨ ਪੇਪਰਸ ਕਰਦੇ ਹੋ ਤਾਂ ਤੁਹਾਡਾ ਰਿਜ਼ਲਟ ਆਪਣੇ ਆਪ ਵਧੀਆ ਹੋ ਜਾਣਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਪ੍ਰੀ ਹੋ ਗਿਆ ਪਲੱਸ ਮੇਨ ਦੇ ਵਿੱਚ ਆਬਜੈਕਟਿਵ ਵੀ ਹੁੰਦਾ ਹੈ, ਠੀਕ ਹੈ, ਔਰ ਡਿਸਕ੍ਰਿਪਟਿਵ ਟੈਸਟ ਵੀ ਹੁੰਦਾ ਹੈ। ਡਿਸਕ੍ਰਿਪਟਿਵ ਟੈਸਟ ਦੇ ਵਿੱਚ ਲੈਟਰ ਰਾਈਟਿੰਗ, ਐਸੇ ਰਾਈਟਿੰਗ, ਜਿਹੜਾ ਲੈਟਰ ਰਾਈਟਿੰਗ ਹੈ 10 ਮਾਰਕਸ ਦਾ ਆਉਂਦਾ, ਐਸੇ ਰਾਈਟਿੰਗ ਜਿਹੜਾ 20 ਮਾਰਕਸ ਦਾ ਆਉਂਦਾ, ਠੀਕ ਹੈ ਜੀ। ਇਹ ਜਿਹੜਾ ਟੋਟਲ ਮਿਲਾ ਕੇ 30 ਮਾਰਕਸ ਦਾ ਸੈਕਸ਼ਨ ਜਿਹੜਾ ਹੈਗਾ ਉਹ ਕਵਰ ਅਪ ਕੀਤਾ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ NIACL ਨਿਊ ਇੰਡੀਆ ਇੰਸ਼ੋਰੈਂਸ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਇੱਕ ਅਸਿਸਟੈਂਟ ਦੀ ਵੈਕੈਂਸੀਜ਼ ਵੀ ਨਿਕਲਦੀ ਹੈ। 2018 ਦੇ ਵਿੱਚ ਵੀ ਆਈ ਸੀ, 19 'ਚ ਵੀ ਆਈ ਹੈ, 20 ਦੇ ਵਿੱਚ ਨਹੀਂ ਆਈ ਵੈਕੈਂਸੀਜ਼, ਹੁਣ ਫਰਦਰ ਆ ਸਕਦੀ ਹੈ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਜਿਹੜੀਆਂ AO ਦੀ ਵੈਕੈਂਸੀਜ਼ ਹੈ ਉਹਦੇ ਨਾਲੋਂ ਜ਼ਿਆਦਾ ਵੈਕੈਂਸੀਜ਼ ਨਿਕਲਦੀਆਂ। ਹਰ ਸਾਲ ਜਿਹੜਾ ਇਹਦਾ ਐਗਜ਼ਾਮ ਹੈ ਇੰਡੀਆ ਲੈਵਲ 'ਤੇ ਕੰਡਕਟ ਕੀਤਾ ਜਾਂਦਾ, ਆਨਲਾਈਨ ਐਗਜ਼ਾਮ ਹੁੰਦਾ। ਅਗਰ ਆਪਾਂ ਸੈਲਰੀ ਦੀ ਗੱਲ ਕਰੀਏ 23,500 ਜਿਹੜੀ ਹੈ ਇਹਦੀ ਸੈਲਰੀ ਹੁੰਦੀ ਹੈ। ਕਲਰਕ ਲੈਵਲ ਦਾ ਐਗਜ਼ਾਮ ਹੁੰਦਾ ਜੀ। 21 ਸਾਲ ਤੋਂ 30 ਸਾਲ ਦੇ ਜਿਹੜੇ ਸਟੂਡੈਂਟਸ ਹੈ ਉਹ ਅਪੀਅਰ ਕਰ ਸਕਦੇ ਆ ਇਸ ਐਗਜ਼ਾਮ ਦੇ ਵਿੱਚ। ਔਰ ਗ੍ਰੈਜੂਏਸ਼ਨ ਇਨ ਐਨੀ ਡਿਸਿਪਲਿਨ ਕੰਪਲਸਰੀ ਹੈ ਜੀ, ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਜਾਂ ਕਾਲਜ ਤੋਂ ਹੋਣਾ ਚਾਹੀਦੀ ਹੈ, ਠੀਕ ਹੈ। ਅਗਰ ਆਪਾਂ ਐਗਜ਼ਾਮ ਪੈਟਰਨ ਦੀ ਗੱਲ ਕਰੀਏ AO ਦੇ ਔਰ ਅਸਿਸਟੈਂਟ ਦਾ ਐਗਜ਼ਾਮ ਪੈਟਰਨ ਸੇਮ ਹੈ, ਬਟ ਜਿਹੜੇ ਕੁਐਸਚਨਸ ਦਾ ਲੈਵਲ ਹੁੰਦਾ ਹੈ ਨਾ ਉਹ ਡਿਫਰੈਂਟ ਹੁੰਦਾ, ਠੀਕ ਹੈ। ਓਬਵੀਅਸਲੀ ਇਹ ਕਲੈਰੀਕਲ ਲੈਵਲ ਦਾ ਐਗਜ਼ਾਮ ਹੁੰਦਾ, ਈਜ਼ੀ ਹੁੰਦਾ, ਥੋੜ੍ਹਾ ਜਿਹਾ ਮੋਡਰੇਟ ਕਹਿ ਸਕਦੇ ਹੋ। ਉਹਦੇ ਵਿੱਚ ਅਗਰ ਆਪਾਂ AO ਦੇ ਵਿੱਚ ਗੱਲ ਕਰੀਏ ਤਾਂ ਉਹਦੇ ਵਿੱਚ ਈਜ਼ੀ ਵੀ ਹੁੰਦੇ ਆ, ਮੋਡਰੇਟ ਵੀ ਹੁੰਦੇ ਔਰ ਹਾਈ ਲੈਵਲ ਕੁਐਸਚਨਸ ਵੀ ਹੁੰਦੇ, ਠੀਕ ਹੈ। ਸੇਮ ਆ ਗਿਆ ਜੀ ਇੰਗਲਿਸ਼, ਰੀਜਨਿੰਗ ਔਰ ਨੂਮੈਰੀਕਲ ਐਬਿਲਿਟੀ 30 ਕੁਐਸਚਨ ਇੰਗਲਿਸ਼ ਦੇ ਹੁੰਦੇ, 35 ਰੀਜਨਿੰਗ, ਨੂਮੈਰੀਕਲ ਐਬਿਲਿਟੀ 35, ਟੋਟਲ ਜਿਹੜੇ ਆ 100 ਕੁਐਸਚਨ ਹੁੰਦੇ ਆ 100 ਮਾਰਕਸ ਦੇ ਲਈ। ਔਰ 60 ਮਿੰਟਸ ਦੇ ਵਿੱਚ ਜਿਹੜਾ ਐਗਜ਼ਾਮ ਜਿਹੜਾ ਤੁਸੀਂ ਕਵਰ ਅਪ ਕਰਨਾ ਹੁੰਦਾ ਹੈ। 1/4 ਡਿਡਕਸ਼ਨ ਹੁੰਦੀ ਹੈ ਜੀ, 1 ਆਰ ਦੇ ਵਿੱਚ ਜਿਹੜੇ ਹੈਗਾ ਤੁਸੀਂ ਪੇਪਰ ਕਵਰ ਅਪ ਕਰਨਾ। 20 ਮਿੰਟ ਜਿਹੜੇ ਹਰੇਕ ਸੈਕਸ਼ਨ ਦੇ ਲਈ ਤੁਹਾਨੂੰ ਦਿੱਤੇ ਜਾਂਦੇ ਆ। ਅਗਰ ਆਪਾਂ ਮੇਨ ਦੀ ਗੱਲ ਕਰੀਏ ਅਸਿਸਟੈਂਟ ਦਾ ਤਾਂ ਇਹਦੇ ਵਿੱਚ ਜਿਹੜਾ ਹੈਗਾ ਇੰਗਲਿਸ਼, ਰੀਜਨਿੰਗ, ਕੁਆਂਟੀਟੇਟਿਵ ਐਪਟੀਟਿਊਡ, ਜਨਰਲ ਅਵੇਅਰਨੈਸ, ਇੱਕ ਹੋਰ ਸੈਕਸ਼ਨ ਐਡ ਹੋ ਜਾਂਦਾ ਹੈ
ਕੰਪਿਊਟਰ, ਇਹ ਉਹਦੇ ਵਿੱਚ ਕੰਪਿਊਟਰ ਨਹੀਂ ਆਉਂਦਾ ਤਾਂ ਇਹਦੇ ਵਿੱਚ 40 ਕੁਐਸਚਨ ਜਿਹੜੇ ਹਰੇਕ ਸੈਕਸ਼ਨ ਦੇ ਹੋ ਜਾਂਦੇ ਆ। ਟੋਟਲ ਕੁਐਸਚਨ ਹੁੰਦੇ ਆ 250 ਮਾਰਕਸ ਦਾ ਹੁੰਦਾ, ਠੀਕ ਹੈ ਜੀ। ਦੇਖੋ ਠੀਕ ਹੈ ਨਾ, 250 ਮਾਰਕਸ ਦਾ ਹੁੰਦਾ ਤਾਂ ਇਹਦੇ ਵਿੱਚ ਜਿਹੜੇ ਡਿਊਰੇਸ਼ਨ ਆ ਉਹਨੂੰ ਤੁਸੀਂ 2 ਆਵਰਸ ਤੁਹਾਨੂੰ ਦਿੱਤੀ ਜਾਂਦੀ ਹੈ। 1/4 ਜਿਹੜੀ ਹੈ ਡਿਡਕਸ਼ਨ ਹੁੰਦੀ ਹੈ। 2 ਆਵਰਸ ਦੇ ਵਿੱਚ ਜਿਹੜਾ ਹੈ ਤੁਸੀਂ ਇਹ ਸਿਲੇਬਸ ਕਵਰ ਅਪ ਕਰਨਾ ਹੈ, ਐਗਜ਼ਾਮ ਕਰਨਾ ਹੈ ਔਰ ਤੁਹਾਡਾ ਮੈਰਿਟ ਲਿਸਟ ਦੇ ਵਿੱਚ ਨਾਮ ਲਿਆ ਕੇ ਇਹ ਜਿਹੜੀ ਹੈ ਜੋਬ ਤੁਸੀਂ ਹਾਸਿਲ ਕਰਨੀ ਹੈ, ਠੀਕ ਹੈ। ਡ੍ਰੀਮ ਪੱਕਾ ਪੂਰਾ ਹੋਏਗਾ ਅਗਰ ਤੁਸੀਂ ਸਹੀ ਤਰੀਕੇ ਦੇ ਨਾਲ ਚੱਲ ਰਹੇ ਹੋ, ਠੀਕ ਹੈ, ਸਹੀ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਵਧੀਆ ਜੋਬ ਜਿਹੜੀ ਹੈ ਮਿਲੇਗੀ। ਹੁਣ ਦੇਖੋ ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਨੈਕਸਟ ਆ ਗਿਆ ਤੁਹਾਡਾ LIC ਦਾ ਐਗਜ਼ਾਮ। LIC ਦਾ AAO ਦਾ ਐਗਜ਼ਾਮ ਹੁੰਦਾ ਹੈ। ਇਹ ਕੋਈ ਸੈਂਟਰਲ ਗੌਰਮੈਂਟ ਦੀ ਜੋਬ ਨਹੀਂ ਹੈ। ਇਹ ਜਿਹੜੀ ਜੋਬ ਹੈ ਇੱਕ ਪਬਲਿਕ ਸੈਕਟਰ ਕਾਰਪੋਰੇਸ਼ਨ ਹੈ ਜਿਸ ਨੂੰ ਸੈਂਟਰਲ ਗੌਰਮੈਂਟ ਨੇ ਅਡੋਪਟ ਕੀਤਾ। ਡਾਇਰੈਕਟਲੀ ਸੈਂਟਰਲ ਗੌਰਮੈਂਟ ਦੀ ਪੋਸਟ ਨਹੀਂ ਹੁੰਦੀ ਬਟ ਇਹ ਜਿਹੜੇ ਹੈ ਅੰਡਰਟੇਕਿੰਗ ਹੁੰਦੀ ਹੈ ਲਾਈਕ ਆਫ ਨੈਸ਼ਨਲਾਈਜ਼ਡ ਬੈਂਕ, ਸਮਝ ਗਏ, ਠੀਕ ਹੈ ਨਾ। ਇਹ ਜਿਹੜੇ ਦੇਖੋ ਇਹਦੇ ਅਗਰ LIC AAO ਦੀ ਆਪਾਂ ਗੱਲ ਕਰੀਏ, ਠੀਕ ਹੈ, ਤਾਂ ਇਹ ਜਿਹੜਾ ਹੈਗਾ ਨਿਊ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਕੰਡਕਟਿੰਗ ਬੋਡੀ ਹੈ। ਪੋਸਟ ਹੈ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫਿਸਰ। ਇਹਦੀ ਵੈਕੈਂਸੀਜ਼ ਜਲਦੀ ਆ ਜਾਣਗੀਆਂ, ਠੀਕ ਹੈ। ਸਾਰੇ ਜਿਹੜੇ ਸਟੂਡੈਂਟ ਪ੍ਰੈਪਰੇਸ਼ਨ ਇੰਸ਼ੋਰੈਂਸ ਸੈਕਟਰ ਦੇ ਵਿੱਚ ਜੋਬ ਲੈਣਾ ਚਾਹੁੰਦੇ ਆ ਉਹ ਇਹਦੀ ਪ੍ਰੈਪਰੇਸ਼ਨ ਕਰ ਸਕਦੇ ਆ, ਠੀਕ ਹੈ। www.licindia.in ਜਿਹੜੀ ਇਹਦੀ ਓਫੀਸ਼ੀਅਲ ਸਾਈਟ ਹੈ। ਐਨੀਵੇਅਰ ਇਨ ਇੰਡੀਆ ਜਿਹੜੀ ਹੈ ਜੋ ਤੁਹਾਨੂੰ ਜੋਬ ਮਿਲ ਸਕਦੀ ਹੈ। ਔਨਲਾਈਨ ਜਿਹੜਾ ਐਗਜ਼ਾਮ ਮੋਡ ਹੈ। ਪ੍ਰੀਲਿਮਰੀ ਔਰ ਮੇਨਸ ਦੇ ਵਿੱਚ ਐਗਜ਼ਾਮ ਕੰਡਕਟ ਕੀਤਾ ਜਾਂਦਾ ਹੈ ਜੀ। 21 ਤੋਂ 30 ਈਅਰਸ ਦੇ ਜਿਹੜੇ ਏਜ ਦੇ ਸਟੂਡੈਂਟਸ ਹੈ ਉਹ ਇਹਦੇ ਵਿੱਚ ਅਪੀਅਰ ਹੋ ਸਕਦੇ ਔਰ ਜਿਹੜੀ ਗ੍ਰੈਜੂਏਸ਼ਨ ਹੋਣਾ ਤੁਹਾਡੇ ਜ਼ਰੂਰੀ ਹੈ। LIC ਅਗਰ AO ਦੀ ਗੱਲ ਕਰੀਏ, ਠੀਕ ਹੈ ਨਾ, LICAAO ਬਹੁਤ ਹੀ ਜ਼ਿਆਦਾ ਅਸੀਂ ਇਹਨੂੰ ਬੈਸਟ ਜੋਬ ਕਹਿੰਦੇ ਹਾਂ। ਕਿਸਮਤ ਵਾਲੇ ਹੁੰਦੇ ਸਟੂਡੈਂਟ ਜਿਨ੍ਹਾਂ ਨੂੰ LIC ਦੇ ਵਿੱਚ AAO ਦੀ ਜਿਹੜੀ ਹੈ ਪੋਸਟ ਮਿਲਦੀ ਹੈ, ਸਮਝ ਗਏ, ਠੀਕ ਹੈ ਨਾ। ਬਹੁਤ ਬੈਨੀਫਿਟ ਹੈ ਇਹਦੇ ਵਿੱਚ। ਪੇ ਦੇ ਨਾਲ ਇੱਕ ਸਕੂਨ ਹੈ ਤੁਹਾਡੀ ਲਾਈਫ ਦੇ ਵਿੱਚ, ਤੁਹਾਡੀ ਜੋਬ ਦੇ ਵਿੱਚ, ਠੀਕ ਹੈ ਨਾ। ਅਗਰ ਆਪਾਂ ਐਗਜ਼ਾਮ ਪੈਟਰਨ ਦੀ ਗੱਲ ਕਰੀਏ ਜੀ, LIC ਹੋ ਗਿਆ, ਠੀਕ ਹੈ, ਚਾਹੇ ਉਹ NIACL ਹੋ ਗਿਆ, ਨਿਊ ਇੰਡੀਅਨ ਇੰਸ਼ੋਰੈਂਸ ਕਾਰਪੋਰੇਸ਼ਨ ਲਿਮਿਟਿਡ, ਦੋਨਾਂ ਦਾ ਐਗਜ਼ਾਮ ਪੈਟਰਨ ਜੋ ਹੈ ਪ੍ਰੀ ਮੇਨ ਦਾ ਲਗਭਗ ਸੇਮ ਹੁੰਦਾ। ਪ੍ਰੀ ਦੀ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਰੀਜ਼ਨਿੰਗ ਐਬਿਲਿਟੀ, ਨੂਮੈਰੀਕਲ ਐਬਿਲਿਟੀ, ਇੰਗਲਿਸ਼ ਜਿਹੜੀ ਹੈ ਉਹ ਕਵਰ ਅਪ ਕੀਤੀ ਜਾਂਦੀ ਹੈ। ਰੀਜ਼ਨਿੰਗ ਐਬਿਲਿਟੀ ਦੇ 35 ਕੁਐਸਚਨ ਹੁੰਦੇ ਆ, ਨੂਮੈਰੀਕਲ ਐਬਿਲਿਟੀ ਦੇ 35, ਇੰਗਲਿਸ਼ ਦੇ 30। ਹਰੇਕ ਜਿਹੜਾ ਕੁਐਸਚਨ ਆ ਉਹ 1 ਮਾਰਕਸ ਦਾ ਹੁੰਦਾ, ਯਾਨੀ ਕਿ 100 ਜਿਹੜੇ ਮਾਰਕਸ ਦਾ 100 ਕੁਐਸਚਨਸ 100 ਮਾਰਕਸ ਦੇ ਹੋਣਗੇ ਔਰ 60 ਮਿੰਟ ਦੇ ਵਿੱਚ, ਯਾਨੀ ਕਿ 1 ਆਵਰ ਦੇ ਵਿੱਚ ਜਿਹੜਾ ਇਹ ਪੇਪਰ ਹੈਗਾ ਤੁਸੀਂ ਕਵਰ ਅਪ ਕਰਨਾ, ਠੀਕ ਹੈ। ਨੈਕਸਟ ਆ ਗਿਆ ਤੁਹਾਡਾ ਮੇਨ ਦਾ ਸੈਕਸ਼ਨ। ਮੇਨ ਦੇ ਵਿੱਚ ਕੀ ਹੈ, ਓਬਜੈਕਟਿਵ ਹੋਏਗਾ, ਠੀਕ ਹੈ, ਪਲੱਸ ਇਹਦੇ ਵਿੱਚ ਜਿਹੜਾ ਤੁਹਾਡਾ ਡਿਸਕ੍ਰਿਪਟਿਵ, ਠੀਕ ਹੈ ਨਾ। ਡਿਸਕ੍ਰਿਪਟਿਵ ਜਿਹੜਾ ਸੈਕਸ਼ਨ ਹੈ ਜਿਹਨੂੰ ਆਪਾਂ ਲੈਟਰ ਰਾਈਟਿੰਗ ਕਹਿੰਦੇ ਆ, ਠੀਕ ਹੈ, ਉਹ ਜਾਂ ਐਸੇ ਰਾਈਟਿੰਗ ਕਹਿੰਦੇ ਆ, ਉਹ ਕਵਰ ਅਪ ਹੁੰਦਾ। ਦੇਖੋ ਇਹਦਾ ਜਿਹੜਾ ਐਗਜ਼ਾਮ ਪੈਟਰਨ ਅਗਰ ਆਪਾਂ ਉਹਦੇ 'ਚ ਗੱਲ ਕਰੀਏ, ਰੀਜ਼ਨਿੰਗ ਦੇ 30 ਕੁਐਸਚਨ ਆਉਣਗੇ, 90 ਮਾਰਕਸ ਦਾ ਇਹ ਸੈਕਸ਼ਨ ਹੈ। GK ਔਰ ਕਰੰਟ ਅਫੇਅਰ 30 ਕੁਐਸਚਨ 60 ਮਾਰਕਸ ਦਾ ਜਿਹੜਾ ਸੈਕਸ਼ਨ ਹੈ। ਪਰਸਨਲ ਨੌਲੇਜ ਰਿਲੇਟਿਡ ਯੂਅਰ ਫੀਲਡ, ਜਿਹੜੀ ਵੀ ਫੀਲਡ ਦੇ ਰਿਲੇਟਿਡ ਤੁਸੀਂ ਵੈਕੈਂਸੀਜ਼ ਆਊਟ ਹੁੰਦੀਆਂ ਜਾਂ ਵੈਕੈਂਸੀਜ਼ ਨਿਕਲਦੀਆਂ ਉਸ ਰਿਲੇਟਿਡ। ਪ੍ਰੋਫੈਸ਼ਨਲ ਨੌਲੇਜ ਦੇ 30 ਕੁਐਸਚਨ ਹੁੰਦੇ ਆ, 90 ਮਾਰਕਸ ਦਾ ਹੁੰਦਾ ਹੈ। ਅਗਰ ਆਪਾਂ ਲੀਗਲ ਦੀ ਗੱਲ ਕਰੀਏ, ਲੀਗਲ ਦੀ ਵੈਕੈਂਸੀਜ਼ ਆਉਂਦੀ ਤਾਂ ਲੀਗਲ ਟਾਈਪ ਦੇ ਕੁਐਸਚਨਸ ਆ ਜਾਂਦੇ ਆ। ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਮਾਰਕੀਟ ਅਵੇਅਰਨੈਸ 30 ਕੁਐਸਚਨ 60 ਮਾਰਕਸ ਹੈ। ਟੋਟਲ 120 ਕੁਐਸਚਨ ਹੁੰਦੇ ਆ ਜੀ 300 ਮਾਰਕਸ ਦੇ, ਠੀਕ ਹੈ, ਔਰ 120 ਮਿੰਟਸ ਦੇ ਵਿੱਚ ਜਿਹੜਾ ਇਹ ਸੈਕਸ਼ਨ ਕੰਪਲੀਟ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਡਿਸਕ੍ਰਿਪਟਿਵ ਆਉਂਦੇ ਆ ਜੀ। ਲੈਟਰ ਔਰ ਐਸੇ ਰਾਈਟਿੰਗ ਨੰਬਰ ਆਫ ਕੁਐਸਚਨਸ ਦੋ ਹੁੰਦੇ, ਇੱਕ ਲੈਟਰ ਰਾਈਟਿੰਗ ਦਾ, ਇੱਕ ਐਸੇ ਰਾਈਟਿੰਗ ਦਾ। 25 ਮਾਰਕਸ ਦਾ ਹੁੰਦਾ ਜੀ, ਉਹ 30 ਮਿੰਟਸ ਜਿਹੜੇ ਹੈ ਇਹਨੂੰ ਤੁਹਾਨੂੰ ਕਵਰ ਅਪ ਕਰਨਾ ਹੁੰਦਾ, ਠੀਕ ਹੈ। ਲਗਭਗ ਸੇਮ ਹੈ। ਨੈਕਸਟ ਆਉਂਦੀ ਹੈ ਜੀ NICL ਦੇ ਵਿੱਚ। NICL ਦੇਖੋ 3 ਹੋ ਗਏ, NIACL, LIC, ਇੱਕ NICL। 3 ਡਿਪਾਰਟਮੈਂਟ, ਬੈਸਟ ਡਿਪਾਰਟਮੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੰਸ਼ੋਰੈਂਸ ਸੈਕਟਰ ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਜਿਹੜੀ ਹੈ ਜੋਬ ਤੁਸੀਂ ਲੈ ਸਕਦੇ ਹੋ। ਐਗਜ਼ਾਮ ਕਲੀਅਰ ਕਰਕੇ ਪ੍ਰੀ ਕਲੀਅਰ ਕਰੋਗੇ, ਮੇਨ ਕਲੀਅਰ ਕਰੋਗੇ, ਦੈਨ ਮੈਰਿਟ ਬਣੇਗੀ ਔਰ ਫਿਰ ਤੁਹਾਨੂੰ ਜਿਹੜੀ ਹੈ ਉਹ ਜੋਬ ਮਿਲ ਜਾਏਗੀ, ਠੀਕ ਹੈ। NICL ਦੇ ਵਿੱਚ ਕੀ ਹੈ, ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਿਡ, ਠੀਕ ਹੈ ਜੀ। 3 ਟਾਈਪ ਦੀ ਜਿਹੜੀ ਹੈ ਪੋਸਟ ਹੁੰਦੀ ਹੈ।
AA अकाउंट्स एप्रीहेंसिव असिस्टेंट एडमिनिस्ट्रेटिव ऑफिसर। ठीक है जी। प्री मेन्स और इंटरव्यू ਦੇ ਵਿੱਚ ਜਿਹੜੀ ਇਹਦੀ ਸਿਲੈਕਸ਼ਨ ਹੁੰਦੀ ਹੈ 21 ਈਅਰਸ ਤੋਂ 30 ਈਅਰਸ ਤੱਕ ਦੀ ਇਹਦੀ ਏਜ ਲਿਮਿਟ ਹੈ। ਗ੍ਰੈਜੂਏਸ਼ਨ ਵਿਦ 60% ਮਾਰਕਸ ਜੋ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ। ਪ੍ਰੀ ਔਰ ਮੇਨ ਦੋਨਾਂ ਦਾ ਇਕੱਠਾ ਹੀ ਚਾਰਟ ਬਣਾਤਾ ਜੀ। ਪ੍ਰੀ ਦੇ ਵਿੱਚ ਜਿਹੜੇ ਜਨਰਲ ਲੈਂਗੁਏਜ ਹੈ ਉਹਦੇ 30 ਕੁਐਸਚਨਸ ਹੁੰਦੇ ਹੈ, ਕੁਆਂਟੀਟੇਟਿਵ ਐਪਟੀਟਿਊਡ ਦੇ 35, ਰੀਜ਼ਨਿੰਗ ਦੇ 35, ਟੋਟਲ ਜਿਹੜੇ ਹੈ ਇਹ 100 ਮਾਰਕਸ ਦਾ 100 ਕੁਐਸਚਨਸ ਹੁੰਦੇ ਹੈ ਜਿਹਨੂੰ ਤੁਸੀਂ ਟੋਟਲ 60 ਮਿੰਟ ਯਾਨੀ ਕਿ 1 ਆਵਰਸ ਦੇ ਵਿੱਚ ਜਿਹੜਾ ਇਹ ਕਵਰ ਅਪ ਕਰਨਾ ਹੁੰਦਾ। ਠੀਕ ਹੈ। ਮੇਨਸ ਦੀ ਅਗਰ ਆਪਾਂ ਗੱਲ ਕਰੀਏ ਰੀਜ਼ਨਿੰਗ, ਕੁਆਂਟੀਟੇਟਿਵ ਐਪਟੀਟਿਊਡ, ਜਨਰਲ ਅਵੇਅਰਨੈਸ, ਕੰਪਿਊਟਰ ਨੌਲੇਜ, ਇੰਗਲਿਸ਼ ਲੈਂਗੁਏਜ ਆਬਜੈਕਟਿਵ ਐਂਡ ਇੰਗਲਿਸ਼ ਲੈਂਗੁਏਜ ਡਿਸਕ੍ਰਿਪਟਿਵ। ਠੀਕ ਹੈ ਜੀ। ਇਹ ਜਿਹੜੀ ਹੈਗੀ ਇਹਦੇ ਵਿੱਚ 5 ਸੈਕਸ਼ਨ ਹੈ, 200 ਕੁਐਸਚਨਸ ਹੁੰਦੇ ਹੈ। ਠੀਕ ਹੈ ਜੀ। 120 ਮਿੰਟਸ ਦੇ ਵਿੱਚ ਜਿਹੜਾ ਹੈ ਸੈਕਸ਼ਨ ਨੂੰ ਤੁਸੀਂ ਕਵਰ ਅਪ ਕਰਨਾ ਹੁੰਦਾ ਯਾਨੀ ਕਿ 2 ਆਰ। ਇੰਗਲਿਸ਼ ਲੈਂਗੁਏਜ ਦੀ ਗੱਲ ਕਰੀਏ 3 ਕੁਐਸਚਨਸ ਹੁੰਦੇ ਆ, 30 ਮਿੰਟਸ ਦਾ ਜਿਹੜਾ ਇਹ ਸੈਕਸ਼ਨ ਕਵਰ ਅਪ ਕੀਤਾ ਜਾਂਦਾ ਹੈ। ਠੀਕ ਹੈ। ਇਸ ਤੋਂ ਇਲਾਵਾ ਹੁਣ ਜਿਹੜੀਆਂ ਵੈਕੈਂਸੀਜ਼ ਰਾਜੇ ਆਉਣ ਵਾਲੀਆਂ ਪੈਂਡਿੰਗ ਹੈ LIC ਦੇ ਵਿੱਚ ADO ਦੀਆਂ, LIC HFL, ਠੀਕ ਹੈ, NIACL ਅਸਿਸਟੈਂਟ ਐਗਜ਼ਾਮ, NIACL AA ਦੀਆਂ ਜਿਹੜੀ ਐਗਜ਼ਾਮ ਦੀ ਨੋਟੀਫਿਕੇਸ਼ਨ ਆ ਉਹ ਯੈਟ ਟੂ ਬੀ ਰਿਜ਼ਲਟ ਬਹੁਤ ਹੀ ਜਲਦੀ ਇਹ ਜਿਹੜੀਆਂ ਵੈਕੈਂਸੀਜ਼ ਹੈ ਆ ਜਾਣਗੀਆਂ। ਤੁਸੀਂ ਆਪਣੀ ਪ੍ਰੀਪਰੇਸ਼ਨ ਹੈ ਜਿਹੜੀ ਸਟਾਰਟ ਕਰ ਦਿਓ, ਇੱਕ ਟਾਰਗੇਟ ਬਣਾ ਲਓ। ਨੈਕਸਟ ਵੀਡੀਓ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਕੱਟ ਆਫ ਦੇ ਰਿਲੇਟਿਡ, ਕੀ ਕੱਟ ਆਫ ਹੈ ਜਿਹਦੇ ਬੇਸਿਸ 'ਤੇ ਤੁਹਾਨੂੰ ਜਿਹੜੇ ਹੈਗੇ ਜੌਬਸ ਮਿਲਦੀਆਂ ਜਾਂ ਤੁਸੀਂ ਕਹਿ ਸਕਦੇ ਹੋ ਤੁਹਾਡਾ ਐਗਜ਼ਾਮ ਕਲੀਅਰ ਹੁੰਦਾ। ਠੀਕ ਹੈ। ਇਹ ਸਾਰਾ ਕੁਝ ਅਸੀਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ। ਜਿਹੜੇ ਸਟੂਡੈਂਟ ਦਾ ਤੁਹਾਡਾ ਟਾਰਗੇਟ ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ ਜੌਬ ਕਰਨਾ ਹੈ ਉਹ ਸਾਡੇ ਨਾਲ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਆ 9551500041 'ਤੇ। ਸਾਡੇ ਨਿਊ ਬੈਚਿਸ ਬਹੁਤ ਜਲਦੀ ਸਟਾਰਟ ਹੋ ਰਹੇ ਆ ਜੀ, ਆਲਰੇਡੀ ਰਨਿੰਗ ਦੇ ਵਿੱਚ ਹੈ 2 ਬੈਚ ਜੋ ਨਿਊ ਹੈ। ਠੀਕ ਹੈ। ਜਿਹੜੇ ਸਟੂਡੈਂਟ ਐਡਮਿਸ਼ਨ ਲੈਣਾ ਚਾਹੁੰਦੇ ਆ ਉਹ 9551500041 'ਤੇ ਕਾਲ ਕਰ ਸਕਦੇ ਆ। ਔਨਲਾਈਨ ਅਸੀਂ ਜਿਹੜੀ ਹੈ ਇਹਦੀ ਕੋਚਿੰਗ ਪ੍ਰੋਵਾਈਡ ਕਰ ਰਹੇ ਹਾਂ। ਠੀਕ ਹੈ। ਬੈਸਟ ਰਿਜ਼ਲਟ ਹੈ ਜੀ। ਹੁਣੇ ਰੀਸੈਂਟਲੀ ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਸਾਡੇ ਸਟੂਡੈਂਟ ਦਾ ਠੀਕ ਹੈ ਨਾ 3rd ਰੈਂਕ ਆਇਆ ਹੈਗਾ ਜਨਰਲ ਦੇ ਵਿੱਚ ਔਰ 1st ਰੈਂਕ ਹੈਗਾ EWS ਦੇ ਵਿੱਚ। ਅਗਰ ਤੁਸੀਂ ਵੀ ਉਸ ਰੈਂਕ ਨੂੰ ਹਾਸਿਲ ਕਰਨਾ ਚਾਹੁੰਦੇ ਹੋ, ਠੀਕ ਹੈ, ਆਪਣੀ ਜਿਹੜੀ ਹੈ ਜੌਬ ਪੱਕੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇੰਸ਼ੋਰੈਂਸ ਸੈਕਟਰ ਦੇ ਵਿੱਚ LIC NICL ਔਰ NIACL ਦੀ ਅਸੀਂ ਪ੍ਰੀਪਰੇਸ਼ਨ ਕਰਾਵਾਂਗੇ। ਸਟੱਡੀ ਮਟੀਰੀਅਲ ਸਾਰਾ ਸਾਡਾ ਹੋਏਗਾ ਜੀ। ਮੌਕ ਟੈਸਟ ਵੀ ਅਸੀਂ ਪ੍ਰੋਵਾਈਡ ਕਰਾਂਗੇ, ਚਾਹੇ ਤਾਂ ਉਹ ਸੈਕਸ਼ਨਲ ਹੈ, ਟੌਪਿਕ ਹੈ, ਫੁੱਲ ਲੈਂਥ ਹੈ। ਸਾਰੇ ਜਿਹੜੇ ਟੌਪਿਕਸ ਆ ਉਹ ਕਵਰ ਅਪ ਕੀਤੇ ਜਾਣਗੇ ਇਨ ਡੈਪਥ। ਸਪੀਡ ਬਿਲਡਿੰਗ ਸੈਸ਼ਨਸ ਹੋਣਗੇ। ਜਿਹੜੇ ਸਟੂਡੈਂਟ ਦੀ ਸਪੀਡ ਬਹੁਤ ਜ਼ਿਆਦਾ ਘੱਟ ਹੈ ਉਹਨਾਂ ਨੂੰ ਅਲੱਗ-ਅਲੱਗ ਟਾਈਮ 'ਤੇ ਬੁਲਾ ਕੇ ਉਹਨਾਂ ਦੇ ਟੈਸਟ ਲਿੱਤੇ ਜਾਣਗੇ ਤਾਂ ਕਿ ਉਹਨਾਂ ਦੀ ਸਪੀਡ ਜਿਹੜੀ ਹੈ ਇਨਕਰੀਜ਼ ਹੋ ਸਕੇ। ਰੈਗੂਲਰ ਉਹਨਾਂ ਦੇ ਜਿਹੜੇ ਹੈ ਡਾਊਟ ਸੈਸ਼ਨਸ ਹੁੰਦੇ ਆ। ਠੀਕ ਹੈ। ਜਿਨ੍ਹਾਂ ਤੋਂ ਫਰਦਰ ਅਸੀਂ ਕਹਿੰਦੇ ਹਾਂ ਕਿ ਰਿਜ਼ਲਟ ਬੱਚੇ ਦਾ ਇਨਕਰੀਜ਼ ਹੁੰਦਾ ਹੈ। ਨਿਊ ਬੈਚ ਦੀ ਰਜਿਸਟ੍ਰੇਸ਼ਨ ਦੇ ਲਈ ਕਾਲ ਕਰੋ 9551500041। ਕੋਈ ਕੁਐਰੀਜ਼ ਜਾਂ ਕੋਈ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਸਾਡੇ ਕਾਉਂਸਲਰ ਨਾਲ ਤੁਹਾਡੀ ਹਰੇਕ ਪ੍ਰੋਬਲਮ ਦਾ ਜਿਹੜਾ ਹੱਲ ਕਰਨਗੇ। ਅਗਰ ਵੀਡੀਓ ਪਸੰਦ ਆਈ ਹੋ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ। ਥੈਂਕ ਯੂ।